ਹੈਲੋ ਗਾਇਜ਼, ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਸਭ ਦਾ ਕਲਾਸ ਦੇ ਵਿੱਚ। ਸੋ ਗਾਇਜ਼, ਅੱਜ ਜਿਹੜਾ ਅਸੀਂ ਟੌਪਿਕ ਪੜ੍ਹਨ ਜਾ ਰਹੇ ਹਾਂ ਫੂਡ ਪ੍ਰੋਡਕਸ਼ਨ ਫਾਊਂਡੇਸ਼ਨ 2 ਦਾ ਟੌਪਿਕ ਹੈ ਪੇਸਟਰੀ। ਬੇਕਰੀ ਦਾ ਟੌਪਿਕ ਹੈ ਪੇਸਟਰੀ। ਪੇਸਟਰੀ ਕੀ ਹੁੰਦਾ ਹੈ, ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਕਿਵੇਂ ਕਿਵੇਂ ਪ੍ਰੀਪੇਅਰ ਹੁੰਦੀਆਂ ਨੇ, ਅੱਜ ਅਸੀਂ ਉਸ ਦੇ ਬਾਰੇ ਪੜ੍ਹਾਂਗੇ। ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਪੇਸਟਰੀ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਵਿੱਚ ਲਿਖਿਆ ਹੈ ਦੀ ਟਰਮ ਪੇਸਟਰੀ ਕਮਸ ਫਰੋਮ ਦੀ ਵਰਡ ਪਾਸਤੇ, ਜਿਹਨੂੰ ਅਸੀਂ ਪੇਸਟ ਵੀ ਕਹਿ ਸਕਦੇ, ਵੈਸੇ ਇਹਨੂੰ ਪਾਸਤੇ ਕਹਿੰਦੇ ਫ੍ਰੈਂਚ ਦੇ ਵਿੱਚ। ਮੀਨਿੰਗ ਇਨ ਦਿਸ ਕੇਸ ਏ ਮਿਕਸਚਰ ਆਫ ਫਲਾਰ, ਲਿਕੁਇਡ ਐਂਡ ਫੈਟ। ਤਿੰਨ ਤਰ੍ਹਾਂ ਦਾ ਮਿਕਸਚਰ ਤੋਂ ਬਣਿਆ ਹੁੰਦਾ ਆ। ਆਟੇ ਤੋਂ ਕੋਈ ਲਿਕੁਇਡ ਹੋ ਸਕਦਾ ਆ ਅਤੇ ਕੋਈ ਫੈਟ ਹੋ ਸਕਦੀ ਆ। ਫੈਟ ਕੋਈ ਵੀ ਬਟਰ ਹੋ ਸਕਦੀ, ਰਿਫਾਈਂਡ ਹੋ ਸਕਦੀ ਆ, ਕੋਈ ਵੀ ਫੈਟ ਯੂਜ਼ ਕਰ ਸਕਦੇ ਆ। ਉਹ ਅੱਗੇ ਦੇਖਾਂਗੇ ਕਿਹੜੀ ਫੈਟ ਇਹਨਾਂ ਨੇ ਯੂਜ਼ ਕੀਤੀ ਆ। ਪੇਸਟਰੀ ਰੈਫਰਸ ਬੋਥ ਟੂ ਵੇਰੀਅਸ ਪਾਸਟੇਜ਼ ਔਰ ਡੋ ਐਂਡ ਟੂ ਮੈਨੀ ਪ੍ਰੋਡਕਟਸ ਮੇਡ ਫਰੋਮ ਦਿਸ ਡੋ। ਮਤਲਬ ਪੇਸਟਰੀ ਜਿਹੜੀ ਬਣਦੀ ਆ ਨਾ, ਉਹ ਡੋ ਤੋਂ ਤਿਆਰ ਹੁੰਦੀ ਆ। ਡੋ ਦਾ ਮਤਲਬ ਜਦੋਂ ਅਸੀਂ ਆਟੇ ਨੂੰ ਗੁੰਨ ਕੇ ਜਿਹੜਾ ਅਸੀਂ ਤਿਆਰ ਕਰਦੇ ਨਾ ਮਟੀਰੀਅਲ, ਗੁੰਨਿਆ ਹੋਇਆ ਆਟਾ ਜਿਹਨੂੰ ਕਹਿੰਦੇ ਆ, ਉਹ ਡੋ ਹੁੰਦਾ ਆ। ਡੋ ਤੋਂ ਤਿਆਰ ਹੁੰਦੀ ਆ ਅਤੇ ਹੋਰ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਇਨਗਰੀਡੀਅੰਟਸ ਪੈਂਦੇ ਆ। ਸੋ ਆਓ ਅੱਗੇ ਅਸੀਂ ਉਸ ਬਾਰੇ ਚਰਚਾ ਕਰਾਂਗੇ। ਟਾਈਪਸ ਆਫ ਪੇਸਟਰੀ ਦੇ ਵਿੱਚ ਲਿਖਿਆ ਹੋਇਆ ਆ ਫਿਲੋ ਪੇਸਟਰੀ, ਹੌਟ ਵਾਟਰ ਪੇਸਟਰੀ, ਪਫ ਪੇਸਟਰੀ, ਸਵੀਟ ਪੇਸਟਰੀ, ਫਲੈਕੀ ਪੇਸਟਰੀ, ਚੌਕਸ ਪੇਸਟਰੀ ਅਤੇ ਡੈਨਿਸ ਪੇਸਟਰੀ। ਇਹ ਬਹੁਤ ਹੀ ਜ਼ਿਆਦਾ ਫੇਮਸ ਪੇਸਟਰੀ ਨੇ ਜਿਹੜੀਆਂ ਜ਼ਿਆਦਾਤਰ ਕੰਜ਼ਪਸ਼ਨ ਹੁੰਦੀ ਆ, ਜਿਹਨਾਂ ਦੀ ਜ਼ਿਆਦਾਤਰ ਲੋਕ ਖਾਂਦੇ ਨੇ ਜਿਹੜੀਆਂ ਪੇਸਟਰੀ। ਆਓ ਅੱਗੇ ਫਿਲੋ ਪੇਸਟਰੀ ਦੀ ਗੱਲ ਕਰਦੇ ਹਾਂ। ਤੁਹਾਡੇ ਸਾਹਮਣੇ ਸਕਰੀਨ 'ਤੇ ਫਿਲੋ ਪੇਸਟਰੀ ਨਜ਼ਰ ਆ ਰਹੀ ਹੋਵੇਗੀ। ਸੋ ਪਹਿਲਾਂ ਫਿਲੋ ਪੇਸਟਰੀ ਬਾਰੇ ਜਾਣਦੇ ਹਾਂ। ਕਹਿੰਦੇ ਇਟ ਇਜ਼ ਏ ਕਾਈਂਡ ਆਫ ਵੈਰੀ ਥਿਨ ਅਨਲੀਵਨਡ ਡੋ ਐਂਡ it is made by layering many sheets of fillo brushed with melted butter and then baked। ਕਹਿੰਦੇ ਨੇ ਕਿ ਇਹ ਅਨਲੀਵਨਡ ਡੋ ਹੁੰਦਾ ਆ, ਜਿਹੜਾ ਮਤਲਬ ਕਿ ਜ਼ਿਆਦਾ ਵਾਰ ਜਿਹਨੂੰ ਗੁੰਨਿਆ ਜਾਂਦਾ ਕਹਿ ਲੈਂਦੇ ਆ, ਜਿਹੜਾ ਸਥਿਰ ਨਹੀਂ ਰਹਿੰਦਾ, ਅਸਥਿਰ ਡੋ। ਠੀਕ ਹੈ। ਐਂਡ ਇਟ ਇਜ਼ ਮੇਡ ਬਾਈ ਲੇਅਰਿੰਗ ਮੈਨੀ ਸੀਡਸ। ਇਹ ਕਈ ਸੀਡਸ ਲੇਅਰ ਬਣਾ ਕੇ ਪੇਸਟਰੀ ਦੀਆਂ ਡੋ ਦੀਆਂ ਫਿਰ ਇਹ ਤਿਆਰ ਕੀਤੀ ਜਾਂਦੀ ਆ ਅਤੇ ਇਹਨੂੰ ਮੈਲਟਡ ਬਟਰ ਦੇ ਨਾਲ ਬਰਸ਼ ਕੀਤਾ ਜਾਂਦਾ ਆ ਅਤੇ ਫਿਰ ਇਹਨੂੰ ਬੇਕ ਕਰ ਦਿੱਤਾ ਜਾਂਦਾ ਆ। ਸੋ ਇਹਦੀ ਹਿਸਟਰੀ ਦੇਖ ਲੈਂਦੇ ਹਾਂ। ਹਿਸਟਰੀ ਕੀ ਹੈ ਇਹਦੀ? ਇਹ ਜਿਹੜੀ ਆਈ ਸੀ ਕਿਚਨ ਆਫ ਟੋਪਕਾਪੀ ਪੈਲਸ ਨਾਮ ਦਾ ਇੱਕ ਬਹੁਤ ਫੇਮਸ ਕਿਚਨ ਸੀਗਾ, ਜਿਹੜਾ ਓਟੋਮੈਨ ਐਮਪਾਇਰ ਦੇ ਟਾਈਮ ਦੇ ਵਿੱਚ ਸੀਗਾ। ਉਸ ਟਾਈਮ ਦੇ ਉੱਤੇ ਇਸ ਪੇਸਟਰੀ ਨੂੰ ਪਹਿਲੀ ਵਾਰ ਬਣਾਇਆ ਗਿਆ ਸੀਗਾ। ਸੋ ਬਕਲਾਵਾ ਇਜ਼ ਦੀ ਅਰਲੀਐਸਟ ਡਿਸ਼ ਟੂ ਯੂਜ਼ ਫਿਲੋ ਐਂਡ ਇਜ਼ ਡਾਕੂਮੈਂਟਡ ਐਜ਼ ਬੈਕ ਐਜ਼ 13th ਸੈਂਚੁਰੀ। ਸੋ ਬਕਲਾਵਾ ਜਿਹੜੀ ਆ ਇਹ ਬਹੁਤ ਹੀ ਜ਼ਿਆਦਾ ਕਹਿੰਦੇ ਵਧੀਆ ਡਿਸ਼ ਆ, ਜਿਹੜੀ ਯੂਜ਼ ਕੀਤੀ ਜਾਂਦੀ ਆ ਫਿਲੋ ਦੇ ਤੌਰ ਦੇ ਉੱਤੇ। ਐਂਡ ਇਜ਼ ਡਾਕੂਮੈਂਟਡ ਐਜ਼ ਬੈਕ ਐਜ਼ 13th ਸੈਂਚੁਰੀ ਦੇ ਵਿੱਚ ਇਹ ਬਣਾਈ ਗਈ ਸੀਗੀ ਬਕਲਾਵਾ। ਬਹੁਤ ਹੀ ਪ੍ਰੋਪਰ ਡਿਸ਼ ਆ। ਸੋ ਇਹ ਕਿਵੇਂ ਪ੍ਰੋਸੀਡ ਕੀਤੀ ਜਾਂਦੀ ਹੈ, ਕਿਵੇਂ ਬਣਾਈ ਜਾਂਦੀ ਹੈ, ਇਹਦਾ ਪ੍ਰੋਸੀਜਰ ਕੀ ਆ ਉਹ ਦੇਖਦੇ ਹਾਂ। ਸੋ ਫਿਲੋ ਪੇਸਟਰੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਸਿਫਟ ਦੀ ਫਲਾ ਐਂਡ ਸਾਲਟ ਇਨਟੂ ਏ ਬਾਉਲ। ਸਭ ਤੋਂ ਪਹਿਲਾਂ ਕੀ ਕਰੋ, ਆਟੇ ਨੂੰ ਅਤੇ ਲੂਣ ਨੂੰ ਇੱਕ ਬਾਉਲ ਦੇ ਵਿੱਚ ਸਿਫਟ ਕਰੋ, ਮਤਲਬ ਛਾਨੋ। ਠੀਕ ਹੈ। ਗ੍ਰੈਜੂਅਲੀ ਐਡ ਵਾਰਮ ਵਾਟਰ ਟੂ ਦੀ ਬਾਉਲ। ਫਿਰ ਗਰਮ ਪਾਣੀ ਨੂੰ ਉਸ ਆਟੇ ਅਤੇ ਸਾਲਟ ਵਾਲੇ ਬਾਉਲ ਦੇ ਵਿੱਚ ਪਾਓ। ਪੋਰ ਦੀ ਡੋ ਇਨਟੂ ਏ ਪੇਸਟਰੀ ਬੋਰਡ, ਪੋਰ ਓਇਲ ਇਨਟੂ ਬੋਲ। ਫਿਰ ਜਿਹੜਾ ਡੋ ਤਿਆਰ ਹੁੰਦਾ ਆ ਉਹਨੂੰ ਪੇਸਟਰੀ ਬੋਰਡ ਦੇ ਉੱਤੇ ਜਿਹੜਾ ਫੈਲਾਓ, ਉਹਦੇ ਉੱਤੇ ਓਇਲ ਪਾਉਣਾ ਆ, ਬਾਉਲ ਦੇ ਵਿੱਚ ਓਇਲ ਪਾ ਕੇ। ਨੀਡ ਦੀ ਡੋ ਵਿਦ ਯੂਰ ਹੈਂਡ, ਰੋਲ ਦੀ ਬੋਲ ਆਫ ਡੋ ਇਨ ਦੀ ਬਾਉਲ ਆਫ ਓਇਲ ਅੰਟਿਲ ਇਟ ਇਜ਼ ਕਵਰ ਔਨ ਆਲ ਸਾਈਡਡ। ਫਿਰ ਉਹ ਜਿਹੜਾ ਆਟਾ ਆ ਉਸਨੂੰ ਆਪਣੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਗੁੰਨੋ। ਠੀਕ ਹੈ। ਬੋਲ ਜਿਹੜਾ ਬਣਿਆ ਉਹਨੂੰ ਰੋਲ ਕਰੋ, ਡੋ ਨੂੰ ਬੋਲ ਬਣਾਓ ਬੋਲ ਦਾ ਆਕਾਰ, ਅਤੇ ਉਹਦੇ ਵਿੱਚ ਬਾਉਲ ਜਿਹੜਾ ਆ ਨਾ, ਬਾਉਲ ਨੂੰ ਚਾਰੇ ਪਾਸੋਂ ਜਿਹੜਾ ਓਇਲ ਨਾਲ ਕਵਰ ਕਰ ਦੇਵੋ, ਆਲ ਸਾਈਡ ਬਾਉਲ ਨੂੰ ਜਿਹੜਾ। ਫਿਰ ਕੁਝ 2 ਘੰਟੇ ਤੱਕ ਉਹਨੂੰ ਡੋ ਨੂੰ ਜਿਹੜਾ ਫਲਾਵਟ ਦੇ ਲਈ ਰੱਖ ਦਿਓ। ਠੀਕ ਹੈ। ਫਿਰ ਉਸ ਤੋਂ ਬਾਅਦ ਕਵਰ ਦੀ ਪੇਸਟਰੀ ਬੋਰਡ ਵਿਦ ਕੌਰਨ ਸਟਾਰਚ ਐਂਡ ਪੁੱਟ ਦੀ ਡੋ ਇਨਟੂ ਇਟ। ਜਿਹੜਾ ਪੇਸਟਰੀ ਬੋਰਡ ਆ ਉਹਨੂੰ ਕੌਰਨ ਸਟਾਰਚ ਨਾਲ ਕਵਰ ਕਰੋ
ਤੇ ਡੋ ਉਹਦੇ ਵਿੱਚ ਰੱਖ ਦੇਵੋ। ਫਿਰ 10 ਮਿੰਟ ਲਈ ਉੱਤੇ ਜਿਹੜਾ ਡੋ ਰਹਿਣ ਦਿਓ। ਫਿਰ ਉਸ ਤੋਂ ਬਾਅਦ ਉਹ ਆਪ ਨੂੰ ਜਿਹੜੀ ਸ਼ੇਪ ਤੁਸੀਂ ਦੇਣਾ ਚਾਹੁੰਦੇ ਆ ਦਵੋ ਤੇ ਬੇਕ ਕਰ ਦੇਵੋ। ਇਸ ਤਰੀਕੇ ਦੇ ਨਾਲ ਤੁਹਾਡੀ ਉਹ ਤਿਆਰ ਹੋ ਜਾਵੇਗੀ। ਸੋ ਸਮ ਫੇਮਸ ਪੇਸਟਰੀ ਜਿਹੜੀ ਫਿਲੋ ਡੋ ਤੋਂ ਬਣਦੀ ਆ ਬਕਲਾਵਾ ਆ, ਜਿਹੜੀ ਓਟੋਮਨ ਐਮਪਾਇਰ ਟਾਈਮ ਬਣੀ ਸੀ ਬਨਿਸਟਾ ਆ, ਜਿਹੜੀ ਬੁਲਗਾਰੀਆ ਟਾਈਮ ਬਣੀ ਸੀਗੀ ਬੋਰਕ ਆ, ਜਿਹੜੀ ਤੁਰਕੀ ਦੇ ਵਿੱਚ ਬਣੀ ਸੀਗੀ। ਹੌਟ ਵਾਟਰ ਪੇਸਟਰੀ ਆਹ ਵਾਲੀ ਹੌਟ ਵਾਟਰ ਪੇਸਟਰੀ ਕੀ ਹੁੰਦੀ ਆ, ਜਿਹੜੀ ਮੈਲਟਡ ਲਾਰਡ ਇਨ ਬੋਇਲਿੰਗ ਵਾਟਰ ਤੋਂ ਬਣੀ ਹੁੰਦੀ ਆ, ਲਾਰਡ ਤੋਂ ਬਣੀ ਹੁੰਦੀ ਆ। ਲਾਰਡ ਇੱਕ ਕਿਸਮ ਦਾ ਬਟਰ ਹੀ ਆ, ਠੀਕ ਹੈ, ਲਾਰਡ ਤੋਂ ਤਿਆਰ ਕੀਤੀ ਜਾਂਦੀ ਆ। ਇਹ ਮਿਕਸਚਰ ਇਨਟੂ ਫਲਾਰ ਐਂਡ ਇਜ਼ ਨੀਡਿੰਗ ਟੂ ਡੋ। ਲਾਰਡ ਪਤਾ ਕੀ ਹੁੰਦਾ, ਲਾਰਡ ਜਿਹੜਾ ਹੁੰਦਾ ਆ ਇਹ ਨੋਨ ਵੈਜ ਬਟਰ ਹੁੰਦਾ ਆ, ਠੀਕ ਹੈ। ਜਿਹੜੀਆਂ ਲਾਰਡ ਜਿਹੜਾ ਮਿਲਦਾ ਆ ਇਹ ਜ਼ਿਆਦਾਤਰ ਪਿਗ ਵਗੈਰਾ ਜਿਹੜੇ ਹੁੰਦੇ ਨਾ ਜਾਨਵਰ ਜਿਹੜੇ ਮੀਟ ਦੇ ਤੌਰ ਤੇ ਯੂਜ਼ ਕੀਤੇ ਜਾਂਦੇ ਉਹਨਾਂ ਤੋਂ ਮਿਲਦਾ ਆ। ਸੋ ਇਹਦੇ ਵਿੱਚ ਕੀ ਕਹਿੰਦੇ ਜਾਂਦੇ ਕਿ ਬੋਇਲਿੰਗ ਵਾਟਰ, ਲਾਰਡ ਇਨ ਬੋਇਲਿੰਗ ਵਾਟਰ ਐਂਡ ਪੋਰਿੰਗ ਏ ਮਿਕਸਚਰ ਇਨਟੂ ਦੀ ਫਲਾਰ ਐਂਡ ਇਜ਼ ਨੀਡਿੰਗ ਟੂ ਡੋ, ਇਟ ਇਜ਼ ਯੂਜ਼ਡ ਟੂ ਰੇਜ਼ ਦੀ ਡੋ। ਸੋ ਇਹਨੂੰ ਕੀ ਕੀਤਾ ਜਾਂਦਾ, ਵਾਟਰ ਦੇ ਵਿੱਚ, ਬੋਇਲਿੰਗ ਵਾਟਰ ਦੇ ਵਿੱਚ ਪੋਰ ਕਰਕੇ ਫਲਾਰ ਦੇ ਵਿੱਚ ਮਿਕਸ ਕਰਕੇ ਡੋ ਨੂੰ ਗੁੰਨ ਲਿਆ ਜਾਂਦਾ ਆ ਤੇ ਇਹ ਰੇਜ਼ ਕਰਨ ਦੇ ਲਈ, ਡੋ ਨੂੰ ਫਲਾਵਟ ਦੇ ਲਈ ਯੂਜ਼ ਕੀਤਾ ਜਾਂਦਾ ਆ। ਹਿਸਟਰੀ ਇਹਦੀ ਇਹ ਆ, ਇਹ ਇੰਗਲੈਂਡ ਦੇ ਵਿੱਚ ਬਣੀ ਆ। ਦੂਸਰੇ ਨੰਬਰ ਤੇ ਇਸ ਪੇਸਟਰੀ ਨੂੰ ਹੀਟਡ ਵਾਟਰ ਨਾਲ, ਮਤਲਬ ਕਿ ਗਰਮ ਪਾਣੀ ਨਾਲ ਬਣਾਇਆ ਜਾਂਦਾ। ਫੈਟ ਨੂੰ ਮੈਲਟ ਕੀਤਾ ਜਾਂਦਾ, ਫਿਰ ਉਹਨੂੰ ਬੋਇਲ ਕੀਤਾ ਜਾਂਦਾ ਤੇ ਫਿਰ ਫਲਾਰ ਦੇ ਵਿੱਚ ਮਿਕਸ ਕਰ ਦਿੱਤਾ ਜਾਂਦਾ ਆ। ਇਨਗਰੀਡੀਐਂਟਸ ਫਲਾਰ, ਹੌਟ ਵਾਟਰ, ਫੈਟ, ਲਾਰਡ ਤੇ ਸਾਲਟ ਇਹਦੇ ਵਿੱਚ ਯੂਜ਼ ਕੀਤਾ ਜਾਂਦਾ ਆ। ਸੋ ਮੈਥਡ ਇਹਦਾ ਇਹ ਆ ਕਿ ਇੱਕ ਵੱਡਾ ਬਾਉਲ ਲਓ, ਉਹਦੇ ਵਿੱਚ ਫਲਾਰ ਪਾ ਕੇ ਪਾਸੇ ਰੱਖ ਦਿਓ। ਫਿਰ ਬਾਟਰ ਲਵੋ, ਬਟਰ ਲਓ, ਲਾਰਡ ਲਓ, ਸਾਲਟ ਲਓ, ਉਹਨੂੰ ਸੌਸ ਪੈਨ ਵਿੱਚ ਪਾ ਕੇ ਉਹਨੂੰ ਹੀਟ ਕਰੋ ਮੀਡੀਅਮ ਹੀਟ ਦੇ ਉੱਤੇ। ਫਿਰ ਫੈਟ ਨੂੰ ਮੈਲਟ ਹੋਣ ਤੱਕ ਉਹਨੂੰ ਸਟਾਇਰ ਕਰੋ। ਜਦੋਂ ਉਬਾਲੇ ਮਾਰਨ ਲੱਗ ਪਏ ਫਿਰ ਉਸ ਨੂੰ ਜਿਹੜਾ ਪੈਨ ਆ ਉਹਨੂੰ ਲਾ ਲਓ ਹੀਟ ਦੇ ਉੱਤੋਂ, ਠੀਕ ਹੈ। ਉਹਦੇ ਵਿੱਚ ਫਿਰ ਫਲਾਰ ਪਾ ਦਿਓ, ਫਿਰ ਸਟਾਇਰ ਕਰੋ ਮਿਕਸ। ਜਦੋਂ ਚੰਗੀ ਤਰ੍ਹਾਂ ਮਿਕਸ ਕਰੋ ਫਿਰ ਕਵਰ ਕਰੋ ਬਾਉਲ ਨੂੰ ਤੇ ਉਸ ਨੂੰ ਥੋੜ੍ਹੀ ਦੇਰ ਲਈ 1 ਘੰਟੇ ਲਈ ਰੈਸਟ 'ਤੇ ਲਾ ਦਿਓ। 1 ਘੰਟੇ ਬਾਅਦ ਤੇ ਫਿਰ ਉਸ ਨੂੰ ਨਿਕਾਲੋ, ਉਹਨੂੰ ਫਲੋਰ 'ਤੇ ਵਿਛਾਓ, ਫਲੈਟਨ ਕਰੋ ਤੇ ਉਹਨੂੰ ਸ਼ੇਪ ਦਿਓ ਰੈਕਟੈਂਗਲ ਦੀ, ਠੀਕ ਹੈ। ਡੋ ਨੂੰ 3 ਵਾਰੀ ਫੋਲਡ ਕਰਨਾ, ਠੀਕ ਹੈ, ਇੱਕੋ ਸਾਈਡ ਦੇ ਸੈਂਟਰ ਦੇ ਵਿੱਚੋਂ। ਫਿਰ ਉਸ ਨੂੰ ਲਿਫਟ ਕਰੋ, ਠੀਕ ਹੈ, ਉੱਪਰ ਵਾਲੀ ਸਾਈਡ, ਅਦਰ ਸਾਈਡ ਲਿਫਟ ਕਰੋ ਤੇ ਉਹਨੂੰ ਬ੍ਰਿੰਕ, ਮਤਲਬ ਕਿ ਉਹਨੂੰ ਟੋਪ ਦੇ ਉੱਤੇ ਇੱਕ ਦੂਜੇ ਦੇ ਉੱਤੇ ਫੈਲਾ ਦਿਓ, ਠੀਕ ਹੈ। ਫਿਰ ਉਸ ਨੂੰ ਉਂਗਲਾਂ ਦੀ ਸਹਾਇਤਾ ਨਾਲ ਹੇਠਾਂ ਦਬਾਓ। ਫਿਰ ਜਦੋਂ ਫਲੈਟ ਹੋ ਜਾਂਦਾ ਡੋ ਫਿਰ ਉਸ ਨੂੰ ਫਿਰ ਅੱਗੇ ਤੋਂ ਰੈਕਟੈਂਗਲ ਸ਼ੇਪ ਵਿੱਚ ਲਿਆਓ ਤੇ ਇਹ ਸਾਰਾ ਰਿਪੀਟ ਕਰੀ ਜਾਓ ਪ੍ਰੋਸੈਸ। ਮਤਲਬ ਉਹਨੂੰ ਉੱਪਰ ਦੇ ਉੱਪਰ ਲੇਅਰਸ ਵਗੈਰਾ ਬਣਾਉਣੀਆਂ, ਠੀਕ ਹੈ। ਫਿਰ ਡੋ ਨੂੰ ਰੈਕਟੈਂਗਲ ਸ਼ੇਪ ਦੇ ਵਿੱਚ ਲਿਆ ਕੇ ਉਹਨੂੰ ਬੇਕਿੰਗ ਟਰੇ ਵਿੱਚ ਰੱਖ ਦੇਵੋ। ਕਵਰ ਕਰ ਦਿਓ ਉਹਨੂੰ ਫ੍ਰਿਜ ਦੇ ਵਿੱਚ 30 ਮਿੰਟ ਦੇ ਲਈ ਕਵਰ ਕਰੋ ਤੇ ਜਦੋਂ ਉਹ ਰੋਲ ਤਿਆਰ ਹੋ ਜਾਊਗਾ, ਜਦੋਂ ਰੈਡੀ ਹੋ ਜਾਊਗਾ ਉਹਨੂੰ ਰੋਲਡ ਕਰਕੇ ਤੁਸੀਂ ਰੈਸਿਪੀ ਨੂੰ ਸਰਵ ਕਰ ਸਕਦੇ ਹੋ, ਠੀਕ ਹੈ। ਹੌਟ ਵਾਟਰ ਜਿਹੜੀ ਸੀਗੀ ਰੈਸਿਪੀ ਪੇਸਟਰੀ। ਪਫ ਪੇਸਟਰੀ, ਜਿਹੜੀ ਪਫ ਪੇਸਟਰੀ ਹੁੰਦੀ ਆ ਉਹ ਕਾਫੀ ਲਾਈਟ ਫਲੈਕੀ ਤੇ ਉਹ ਬਣੀ ਹੁੰਦੀ ਲੇਅਰਿੰਗ ਪੇਸਟਰੀ ਡੋ ਦੀ, ਮਤਲਬ ਕਿ ਲੇਅਰ ਵਾਈਜ਼ ਪੇਸਟਰੀ ਡੋ ਹੁੰਦਾ ਉਹ ਤੋਂ ਤਿਆਰ ਹੁੰਦੀ ਆ। ਤੇ ਜਿਹੜਾ ਬਟਰ ਤੇ ਹੋਰ ਇਹਦੇ ਵਿੱਚ ਸੋਲਿਡ ਫੈਟ ਕੋਈ ਵੀ ਜਿਹੜੀ ਪਾ ਕੇ ਇਹਨੂੰ ਥਿਨ ਡੋ ਦੀ ਫਾਰਮ ਵਿੱਚ ਲੈਮੀਨੇਟ ਕੀਤਾ ਜਾਂਦਾ ਆ। ਇਹ ਫਰਾਂਸ ਦੇ ਵਿੱਚ ਹੋਈ ਸੀਗੀ, ਮਤਲਬ ਫਰਾਂਸ ਦੀ ਪਹਿਲੀ ਡਿਸ਼ ਆ ਇਹ। ਇਹਨੂੰ ਪਾਤੇ ਫਿਓਲੇਤੇ ਤੇ ਲੀਵਡ ਪੇਸਟਰੀ ਵੀ ਆਖਿਆ ਜਾਂਦਾ ਹੈ। ਸਟਰਕਚਰ ਇਹਦਾ ਇਹ ਆ, ਪੇਸਟਰੀ ਕ੍ਰਿਸਪੀ ਹੁੰਦੀ ਆ, ਲਾਈਟ ਹੁੰਦੀ ਆ ਤੇ ਬਟਰੀ ਹੁੰਦੀ ਆ ਕਿਉਂਕਿ ਇਹ 'ਚ ਬਟਰ ਦਾ ਟੇਸਟ, ਫੈਟ ਦਾ ਟੇਸਟ ਦਿੱਤਾ ਜਾਂਦਾ। ਇਨਗਰੀਡੀਐਂਟਸ ਇਹਦੇ ਹੈਗੇ ਆ ਫਲਾਰ, ਫੈਟ, ਸਾਲਟ, ਐਗ ਤੇ ਵਾਟਰ। ਸੋ ਇਹਦਾ ਮੈਥਡ ਇਹ ਆ ਕਿ ਫੈਟ ਨੂੰ ਰੱਬ ਕਰੋ, ਮਤਲਬ ਹੱਥਾਂ ਦੇ ਨਾਲ ਰੱਬ ਕੀਤਾ ਜਾਂਦਾ ਹੈ ਥੱਲੇ ਕਿਸੇ ਵੀ ਜਗ੍ਹਾ ਦੇ ਉੱਤੇ। ਫਿਰ ਉਹ 'ਚ ਨਮਕ ਪਾਇਆ ਜਾਂਦਾ, ਫਿਰ ਵਾਟਰ ਪਾਇਆ ਜਾਂਦਾ ਆ, ਫਿਰ ਉਹਦਾ ਡੋ ਗੁੰਨਿਆ ਜਾਂਦਾ ਹੈ। ਫਿਰ ਉਹ ਡੋ ਨੂੰ ਰੋਲ ਕੀਤਾ ਜਾਂਦਾ ਆ, ਠੀਕ ਹੈ। ਫਿਰ ਉੱਪਰ ਫੈਟ ਲਾ ਕੇ ਫਿਰ ਦੁਬਾਰਾ ਰੋਲ ਕੀਤਾ ਜਾਂਦਾ, 3 ਟਾਈਮ ਸੋਰੀ ਇਹਨੂੰ ਰੋਲ ਕੀਤਾ ਜਾਂਦਾ ਹੈ। ਫਿਰ ਇਸ ਨੂੰ ਸ਼ੇਪ ਦਿੱਤੀ ਜਾਂਦੀ ਹੈ, ਐਗ ਵਾਸ਼ ਕੀਤਾ ਜਾਂਦਾ ਉੱਪਰ ਬਰਸ਼ ਦੇ ਨਾਲ ਤੇ 5 ਤੋਂ 20 ਮਿੰਟ ਦੇ ਲਈ ਬੇਕ ਕੀਤਾ ਜਾਂਦਾ ਜਦੋਂ ਤੱਕ ਇਹ ਬਰਾਊਨੀ ਸ਼ੇਪ ਨਾ ਹੋ ਜਾਵੇ ਤੇ ਪੱਕ ਨਾ ਜਾਵੇ। ਸਵੀਟ ਪੇਸਟਰੀ,
ਸੋ ਸਵੀਟ ਪੇਸਟਰੀ ਜਿਹੜੀ ਹੁੰਦੀ ਆ ਇਹ ਫਲਾਰ ਫੈਟ ਸ਼ੂਗਰ ਤੇ ਐਗ ਤੋਂ ਬਣਦੀ ਆ। ਇਹ ਟਾਰਟ ਦੇ ਬੇਸ, ਇਹਦਾ ਟਾਰਟ ਦਾ ਬੇਸ ਤੇ ਪਾਈ ਦਾ ਬੇਸ ਯੂਜ਼ ਕੀਤਾ ਜਾਂਦਾ। ਠੀਕ ਹੈ, ਇਹ ਬੇਸ ਦੇਣ ਦੇ ਲਈ ਯੂਜ਼ ਕੀਤੀ ਜਾਂਦੀ ਹੈ ਟਾਰਟ ਨੂੰ, ਪਾਈਸ ਨੂੰ। ਠੀਕ ਹੈ, ਹੇਠਲਾ ਪਾਰਟ ਜਿਹੜਾ ਕਹਿ ਸਕਦੇ ਹਾਂ ਪੇਸਟਰੀ ਦਾ। ਆਈਸਿੰਗ ਸ਼ੂਗਰ ਇਨਗਰੀਡੀਅੰਟਸ ਇਹਦੇ ਸੈਚੂਰੇਟਡ ਫੈਟ, ਐਗਸ ਤੇ ਫਲਾਰ ਇਹ ਤੋਂ ਬਣਦੀ ਆ। ਮੈਥਡ ਇਹਦਾ ਇਹ ਆ, ਇੱਕ ਬਟਰ ਬਾਉਲ ਦੇ ਵਿੱਚ ਬਟਰ ਲਵੋ, ਉਹਦੇ ਵਿੱਚ ਸ਼ੂਗਰ ਪਾਓ, ਕਰੀਮ ਪਾਓ, ਉਹਨੂੰ ਵੁਡਨ ਸਪੂਨ ਦੇ ਨਾਲ ਘੁਮਾਈ ਜਾਓ ਜਾਂ ਫਿਰ ਇਲੈਕਟ੍ਰੀਕਲ ਮਿਕਸਚਰ ਦੇ ਨਾਲ ਘੁਮਾ ਸਕਦੇ ਹੋ ਤੁਸੀਂ। ਫਲਫੀ ਨਹੀਂ ਹੋਣ ਦੇਣਾ ਇਹਨੂੰ, ਹੌਲੀ ਹੌਲੀ ਘੁਮਾਉਣਾ ਆ, ਫਲਫੀ ਨਹੀਂ ਹੋਣੀ ਚਾਹੀਦੀ। ਇਕੱਠੀ ਜਿਹੜੀ ਇਹਨੂੰ ਐਡੀਸ਼ਨ ਹੋਣੀ ਚਾਹੀਦੀ ਹੈ ਬਟਰ ਦੀ ਤੇ ਸ਼ੂਗਰ ਕਰੀਮ ਦੀ। ਫਿਰ ਐਗ ਪਾਓ ਬਟਰ ਮਿਕਸਚਰ ਦੇ ਵਿੱਚ, ਫਿਰ ਬੀਟ ਕਰੋ ਜਿੰਨੀ ਦੇਰ ਤੱਕ ਇਹ ਇਨਕੋਰਪੋਰੇਟਡ ਨਹੀਂ ਹੋ ਜਾਂਦਾ। ਫਿਰ ਫਲਾਰ ਪਾਓ, ਸਾਲਟ ਪਾਓ ਪਿੰਚਕ, ਫੋਲਡ, ਫਿਰ ਇਹਨੂੰ ਕਰੋ ਆਪਣਾ ਮਿਕਸ ਕਰੋ। ਠੀਕ ਹੈ, ਜਦੋਂ ਫਿਰ ਦੇਖਿਓ ਤੁਸੀਂ ਬਟਰ ਜਿਹੜਾ ਆ ਉਹ ਸਟਿਕਿੰਗ ਹੋ ਜਾਊਗਾ ਸਾਈਡ ਦੇ ਉੱਤੇ, ਮਤਲਬ ਕਿ ਬਾਉਲ ਦੀ ਸਾਈਡਸ ਦੇ ਉੱਤੇ ਆਉਣ ਲੱਗੂਗਾ। ਸੋ ਇਹਦੀ ਟੈਨਸ਼ਨ ਨਹੀਂ ਲੈਣੀ ਹੈਗੀ, ਇਹਦੇ ਨਾਲ ਕੀ ਹੈ ਕਰੰਬਲੀ ਸਟੇਜ ਆ ਜਾਂਦੀ ਹੈ। ਠੀਕ ਹੈ, ਪੇਸਟਰੀ ਜਿਹੜੀ ਥੋੜੀ ਕੁਇਟ ਕਰੰਬਲੀ ਸਟੇਜ ਤੇ ਪਹੁੰਚ ਜਾਂਦੀ ਹੈ। ਫਿਰ ਇਹਨੂੰ ਲਾਈਟਡ ਫਲੋਰ ਸਰਫੇਸ ਨਾਲ ਡੋ ਨੂੰ ਗੁੰਨੋ। ਹੁਣ ਉਹਨੂੰ ਡੋ ਪਾ ਕੇ ਉਹਨੂੰ ਗੁੰਨ ਲਓ। ਠੀਕ ਹੈ, ਸਾਰਿਆਂ ਨੂੰ ਇਕੱਠਾ ਗੁੰਨਣਾ ਆ। ਫਿਰ ਤੁਸੀਂ ਕੀ ਦੇਖੋਗੇ ਕਿ ਜਿਹੜਾ ਉਹ ਆ ਉਹ ਥੋੜੀ ਲਾਈਟ ਜਿਹਾ ਡੋ ਹੋ ਜਾਂਦਾ ਆ। ਠੀਕ ਹੈ, ਜਿਹੜਾ ਪੇਸਟਰੀ ਦਾ ਡੋ ਥੋੜਾ ਲਾਈਟ ਹੋ ਜਾਊਗਾ। ਫਿਰ ਰੈਪ ਕਰੋ ਡੋ ਨੂੰ, ਰੈਪ ਕਰਨ ਤੋਂ ਬਾਅਦ ਉਹਨੂੰ 30 ਮਿੰਟ ਤੱਕ ਚਿੱਲ ਹੋਣ ਦੇ ਲਈ ਰੱਖ ਲਓ। ਤੇ ਇਹ ਬਹੁਤ ਜ਼ਰੂਰੀ ਹੁੰਦੀ ਹੈ ਸ਼ੇਪ। ਫਿਰ ਉਸ ਤੋਂ ਬਾਅਦ ਕੱਢ ਕੇ ਜਿਹੜਾ ਆ ਪੇਸਟਰੀ ਆ ਉਹਨੂੰ ਸ਼ੇਪ ਦੇਣ ਤੋਂ ਬਾਅਦ ਉਹਨੂੰ ਰੋਲਿੰਗ ਪਿੰਨ ਦੇ ਉੱਤੇ ਸ਼ੇਪ ਦੇਣ ਤੋਂ ਬਾਅਦ ਉਸਨੂੰ ਤੁਸੀਂ ਟਾਰਟ ਦਾ ਸ਼ੇਪ ਦੇ ਕੇ ਤਿਆਰ ਕਰ ਸਕਦੇ ਹੋ। ਠੀਕ ਹੈ, ਇਹ ਜ਼ਿਆਦਾ ਠੰਡੀ ਨਹੀਂ ਕਰਨੀ, ਨਾਲ ਫ੍ਰਿਜ ਦੇ ਵਿੱਚ ਸਿਰਫ 30 ਮਿੰਟ ਤੱਕ ਰੱਖਣੀ ਹੁੰਦੀ ਹੈ। ਆਹ ਦੇਖੋ ਟਾਰਟ ਬਣਦਾ, ਆਹ ਟਾਰਟ ਬਣ ਜੂਗਾ। ਆ ਸਵੀਟ ਪੇਸਟਰੀ ਇੱਦਾਂ ਤਿਆਰ ਹੁੰਦੀ ਹੈ। ਫਲੈਕੀ ਪੇਸਟਰੀ, ਜਿਹੜੀ ਫਲੈਕੀ ਪੇਸਟਰੀ ਹੁੰਦੀ ਉਹ ਲਾਈਟ ਹੁੰਦੀ ਆ। ਠੀਕ ਹੈ, ਪਫ ਪੇਸਟਰੀ ਤਰ੍ਹਾਂ ਲਾਈਟ ਪੇਸਟਰੀ ਹੁੰਦੀ ਆ। ਇਹ ਵੀ ਜਿਹੜੀ ਹੁੰਦੀ ਆ ਫੈਟ ਨੂੰ ਲੇਅਰਸ ਦੇ ਰੂਪ ਵਿੱਚ ਰੋਲ ਕਰਕੇ ਬਣਾਈ ਜਾਂਦੀ ਹੈ, ਫੋਲਡ ਕਰਕੇ ਬਣਦੀ ਆ ਫਲੈਕੀ ਪੇਸਟਰੀ। 17ਵੀਂ ਸੈਂਚੁਰੀ ਦੇ ਵਿੱਚ ਇਹਦਾ ਇਨਵੈਂਟਡ ਹੋਇਆ ਸੀ। ਜਿਓਰਜੀਆ ਕੰਪਨੀ ਦੇ ਵਿੱਚ ਇਹਦਾ ਇਨਵੈਂਸ਼ਨ ਹੋਇਆ ਸੀਗਾ। ਮੈਥਡ ਇਹਦਾ ਉਹੀ ਆ, ਫਲਾਰ ਨੂੰ ਸਾਲਟ ਨੂੰ ਟੁਗੈਦਰ ਬਾਉਲ ਦੇ ਵਿੱਚ ਪਾਓ, ਸਿਫਟ ਕਰਕੇ ਛਾਣ ਕੇ। ਉਸ ਤੋਂ ਬਾਅਦ ਬਟਰ ਲਓ ਬਾਉਲ ਦੇ ਵਿੱਚ, ਟੋਸ ਕਰੋ ਉਹਨੂੰ। ਫਿਰ ਆਈਸ ਵਾਟਰ ਉਹਦੇ ਵਿੱਚ ਪਾ ਕੇ ਸਟਾਇਰ ਕਰੋ ਫੋਕ ਦੇ ਨਾਲ। ਜਦੋਂ ਡੋ ਜਿਹੜਾ ਆ ਆਪਣਾ ਡੋ ਜਦੋਂ ਫਲਾਵਰ ਦੇ ਵਿੱਚ ਆ ਜਾਊਗਾ, ਫਿਰ ਡੋ ਨੂੰ ਆਪਣੇ ਹੱਥਾਂ ਦੇ ਨਾਲ ਗੁੰਨ ਕੇ ਉਹਦਾ ਸਮੀਅਰ ਅਪ ਕਰ ਦਿਓ। ਸਮੀਅਰਡ ਹੋਣਾ ਚਾਹੀਦਾ ਡੋ। ਫਿਰ ਡੋ ਨੂੰ ਬਾਲ ਦੀ ਸ਼ੇਪ ਦੇ ਕੇ, ਠੀਕ ਹੈ, 20 ਮਿੰਟ ਤੱਕ ਫ੍ਰਿਜ ਦੇ ਵਿੱਚ ਰੱਖ ਦਿਓ। ਜਿਹੜਾ ਰੋਲ ਗੋਲ ਕੀਤਾ ਹੋਣਾ ਹੈ ਉਹਨੂੰ ਰੈਕਟੈਂਗਲ ਸ਼ੇਪ ਦੇਵੋ। ਠੀਕ ਹੈ, ਲੌਂਗ ਸਾਈਡਡ ਦੇ ਉੱਤੇ, ਤੇ ਫੈਟ ਜਿਹੜਾ ਐਡ ਕਰ ਦੇਵੋ। ਇਹ 3 ਟਾਈਮ ਦੇ ਉੱਤੇ ਇੱਦਾਂ ਫੈਟ ਐਡ ਕਰੀ ਜਾਣਾ ਆ, ਤੇ ਹਰ ਇੱਕ ਲੇਅਰ ਦੇ ਉੱਤੇ ਫੈਟ ਐਡ ਕਰਨਾ ਆ। ਜਦੋਂ ਤਿੰਨੇ ਲੇਅਰਾਂ ਤੇ ਫੈਟ ਐਡ ਹੋ ਗਿਆ, ਫਿਰ ਉਹਨੂੰ ਡਿਜ਼ਾਇਰ ਸ਼ੇਪ ਦੇ ਕੇ ਤੁਸੀਂ ਉਹਨੂੰ ਬੇਕ ਕਰ ਦੇਵੋ। ਇਹ ਵੀ ਪੇਸਟਰੀ ਬਣਾਉਣ ਦੇ ਲਈ ਯੂਜ਼ ਹੁੰਦੀ ਆ। ਸੌਸੇਜ ਬਣਾਉਣ ਦੇ ਲਈ, ਰੋਲਸ ਸੌਸੇਜ ਦੇ ਬਣਾਉਣ ਦੇ ਲਈ ਯੂਜ਼ ਕੀਤੀ ਜਾਂਦੀ ਹੈ। ਪਲੇਟਸ ਬਣਾਉਣ ਦੇ ਲਈ ਇਹ ਯੂਜ਼ ਕੀਤੀ ਜਾਂਦੀ ਹੈ। ਸੋ ਚੌਕਸ ਪੇਸਟਰੀ ਦੇਖਦੇ ਹਾਂ। ਚੌਕਸ ਪੇਸਟਰੀ ਕੀ ਹੁੰਦੀ ਆ? ਇਹ ਬੀਟਨ ਐਗ ਤੇ ਥਿਕ ਮਿਕਸਚਰ ਆਫ ਫਲਾਰ ਫੈਟ ਐਂਡ ਲਿਕੁਇਡ ਤੋਂ ਬਣਦੀ ਆ। ਠੀਕ ਹੈ, ਇਹ ਕੁੱਕ ਕੀਤੀ ਜਾਂਦੀ ਹੈ ਜਦੋਂ ਤੱਕ ਸਮੂਥ ਨਹੀਂ ਹੋ ਜਾਂਦੀ। ਸੋ ਕਹਿੰਦੇ ਨੇ ਇਟ ਇੰਪਲੋਇਜ਼ ਹਾਈਅਰ ਮੋਇਸਚਰ ਕੰਟੈਂਟ। ਇਹਦਾ ਸਭ ਤੋਂ ਹਾਈਅਰ ਮੋਸਟ ਜਿਹੜਾ ਹੁੰਦਾ ਮੋਇਸਚਰ ਕੰਟੈਂਟ ਹੁੰਦਾ ਆ, ਤਾਂ ਇਹਨੂੰ ਕਹਿੰਦੇ ਕ੍ਰੀਏਟ ਸਟੀਮ ਡਿਊਰਿੰਗ ਕੁਕਿੰਗ ਆਫ ਪਫ ਪੇਸਟਰੀ। ਓਕੇ, ਇਹਨੂੰ ਸਟੀਮਿੰਗ ਕਰਕੇ ਇਹਨੂੰ ਜ਼ਿਆਦਾਤਰ ਬਣਾਇਆ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ, ਜਿਹਨੇ ਪਹਿਲਾਂ ਬਣਾਈ ਸੀਗੀ 1540 ਵਿੱਚ ਪੈਂਤਰਾਲੀ ਨਾਮ ਦਾ ਇੱਕ ਸ਼ੈਫ ਸੀਗਾ, ਫਰਾਂਸ ਦੇ ਵਿੱਚ ਬਣੀ ਆ ਇਹ। 18ਵੀਂ ਸੈਂਚੁਰੀ ਵਿੱਚ ਇਹਦਾ ਐਵੀਸ ਨਾਮ ਦੀ ਪੇਸਟਰੀ ਜਿਹੜੀ ਆ ਉਹ ਬਣਾਈ ਗਈ ਸੀਗੀ, ਜਿਹਨੂੰ ਚੌਕਸ ਬੰਸ ਕਿਹਾ ਗਿਆ ਸੀਗਾ। ਜਿਹੜਾ ਡੋ ਇਹਦਾ ਸੀਗਾ ਚੇਂਜ ਕੀਤਾ ਗਿਆ, ਉਹਨੂੰ ਪਾਤੇ ਦੇ ਚੌਕਸ ਕਿਹਾ ਜਾਂਦਾ ਸੀਗਾ। ਬਟਰ, ਵਾਟਰ, ਫਲਾਰ ਤੇ ਐਗ ਤੋਂ ਇਹ ਬਣਦੀ ਹੈ। ਮੈਥਡ ਇਹਦਾ ਇਹ ਆ, ਵਾਟਰ ਐਂਡ ਬਟਰ ਨੂੰ ਸੌਸ ਪੈਨ 'ਚ ਲੈ ਕੇ
ओवर मीडियम हीट ਤੇ ਕੁੱਕ ਕਰੋ 3-4 ਮਿੰਟ ਤੱਕ ਸਟਾਇਰ ਕਰੋ। ਫਲਾਰ ਪਾ ਦਿਓ ਬਟਰ ਮਿਕਸਚਰ ਦੇ ਵਿੱਚ, ਫਿਰ ਲੋ ਹੀਟ ਦੇ ਉੱਤੇ 1-2 ਮਿੰਟ ਤੱਕ ਕੁੱਕ ਕਰੋ। 5 ਮਿੰਟ ਲਈ ਇਹਨੂੰ ਸਾਈਡ ਤੇ ਰੱਖ ਦਿਓ ਕੂਲ ਹੋਣ ਦੇ ਲਈ। ਫਿਰ ਵਿਸਕ ਕਰਕੇ ਇੱਕ ਐਗ ਲਓ ਸਮਾਲ ਬਾਉਲ 'ਚ, ਉਹਨੂੰ ਵਿਸਕ ਕਰੋ ਐਗ ਨੂੰ। ਐਗ ਵਿਸਕ ਕਰਨ ਤੋਂ ਬਾਅਦ ਇੱਕ ਸਮਾਲ ਬਾਉਲ ਦੇ ਵਿੱਚ ਉਹਨੂੰ ਫਲਾਰ ਦੇ ਮਿਕਸਚਰ ਵਿੱਚ ਐਡ ਕਰ ਲਓ। ਠੀਕ ਹੈ, ਐਗ ਜਿਹੜਾ ਬੀਟ ਹੋਇਆ ਉਹਨੂੰ ਕਰਨਾ ਐਡ। ਜਦੋਂ ਸਪੂਨ ਦੇ ਨਾਲ ਉਹਨੂੰ ਫਿਰ ਤੁਸੀਂ ਘੁਮਾਓਗੇ, ਠੀਕ ਹੈ, ਉਹ ਮਿਕਸ ਹੋ ਜਾਊਗਾ। ਫਿਰ ਉਹਨੂੰ 200 ਡਿਗਰੀ ਸੈਲਸੀਅਸ ਦੇ ਉੱਤੇ ਓਵਨ ਦੇ ਵਿੱਚ ਪ੍ਰੀ ਹੀਟ ਕਰੋ। ਬੇਕਿੰਗ ਟਰੇ ਨੂੰ ਬਰਸ਼ ਕਰਕੇ ਓਇਲ ਮਤਲਬ ਗਰੀਸ ਕਰ ਦਿਓ ਜਿਹੜੀ ਬੇਕਿੰਗ ਟਰੇ ਆ। ਅਤੇ ਫਿਰ ਪੇਸਟਰੀ ਬੈਗ ਲੈ ਕੇ ਡਾਇਆਮੀਟਰ ਪਲੇਨ ਪਾਈਪਿੰਗ ਦੇ ਨਾਲ ਹੀ ਉਹਦੇ ਉੱਤੇ ਜਿਹੜਾ ਬਣਾ ਦਿਓ ਕਿ ਨਾ ਬੇਕਿੰਗ ਟਰੇ ਦੇ ਉੱਤੇ ਜਿੱਦਾਂ ਦੀ ਸ਼ੇਪ ਚਾਹੀਦੀ ਹੈ। ਸੋ ਐਗ ਦਾ ਬਰਸ਼ ਕਰ ਦਿਓ ਉੱਪਰਲੀ ਸਾਈਡ 'ਤੇ, ਬੇਕ ਕਰ ਦਿਓ 25 ਮਿੰਟ ਤੱਕ, ਤੁਹਾਡਾ ਇਹ ਰੈਡੀ ਹੋ ਜਾਊਗੀ। ਇਹ ਸੀਗਾ ਪੇਸਟਰੀ ਵਾਲਾ ਟੌਪਿਕ।